ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਮਿਲ ਕੇ ਆਏ ਆ, ਕੀ ਭਰੋਸਾ ਦਿੱਤਾ ਅੰਦਰੋਂ ਤੁਸੀਂ ਐਸਜੀਪੀਸੀ ਦੇ ਨੁਮਾਇੰਦਿਆਂ ਨੂੰ ਮਿਲੇ? ਕੋਈ ਭਰੋਸਾ ਨਹੀਂ ਸਾਨੂੰ ਮਿਲਿਆ। ਸਾਨੂੰ ਸਿਰਫ ਸ਼ਰਮਿੰਦਗੀ ਉਹਨਾਂ ਨੇ ਮਹਿਸੂਸ ਕਰਕੇ ਦਿਖਾਈ ਹੈ, ਪਰ ਸਾਨੂੰ ਅੱਜ ਕੋਈ ਇਹੋ ਜਿਹੀ ਵੱਧ ਜਾਣਕਾਰੀ ਮਿਲੀ ਨਹੀਂ ਜਿਹਦੇ ਨਾਲ ਅਸੀਂ ਕਹਿ ਸਕੀਏ ਸਾਡੀ ਤਸੱਲੀ ਹੋਈ ਹੈ। ਇਹ ਜਾਂਚ ਕਮੇਟੀ ਬਣਾਈ ਕਿਉਂ? ਕਿਉਂਕਿ ਪਿਛਲੇ ਦਿਨੀ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪ ਚੋਰੀ ਹੋ ਗਏ ਸੀ। ਉਹ ਕਹਿੰਦੇ 267 ਦੇ ਵਿੱਚ ਹੁਣ ਵਾਧਾ ਹੋ ਗਿਆ, 328 ਬਣ ਗਏ। ਹੁਣ ਪਤਾ ਨਹੀਂ ਅਗਲਾ ਕਿੰਨਾ ਵਾਧਾ ਹੋਣਾ, ਇਹਨਾਂ ਤੋਂ ਇਹ ਨਹੀਂ ਪਤਾ। ਜੇ 267 ਦੀ ਜਾਣਕਾਰੀ ਗਲਤ ਹੈ, ਇਹਦਾ ਮਤਲਬ ਸਿਸਟਮ ਗਲਤ ਹੈ। ਇਹਨਾਂ ਨੂੰ ਕੁਝ ਪਤਾ ਹੀ ਨਹੀਂਗਾ। ਜੇ ਉਹਨਾਂ ਨੂੰ ਸਸਪੈਂਡ ਕੀਤਾ, ਉਹਨਾਂ ਕੋਲੋਂ ਕੀ ਜਾਣਕਾਰੀ ਲਿੱਤੀ ਹੈ ਜਿਹੜਾ ਤੁਹਾਨੂੰ ਦੱਸੇ ਕਿ ਗੁਰੂ ਸਾਹਿਬ ਹੈ ਕਿੱਥੇ, ਕਿਸ ਹਾਲਾਤ 'ਚ ਹਨ, ਕਿਹਦੇ ਕੋਲ ਹਨ। ਰਿਪੋਰਟ ਦੇ ਕੇ ਉਸ ਰਿਪੋਰਟ ਤੇ ਸਾਨੂੰ ਤਸੱਲੀ ਨਹੀਂ, ਨਾ ਅਸੀਂ ਉਸ ਨੂੰ ਮੰਨਦੇ ਹਾਂ। ਕਿਉਂ ਨਹੀਂ ਮੰਨਦੇ? ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਅਕਾਲ ਤਖਤ ਸਾਹਿਬ ਤੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਤੋਂ ਜਿੰਨੀਆਂ ਵੀ ਕਮੇਟੀਆਂ ਬਣੀਆਂ, ਉਹਨਾਂ ਨੇ ਪੰਥ ਦਾ ਪੱਖ ਨਹੀਂ ਪੂਰਿਆ, ਸਹੀ ਰਿਪੋਰਟ ਨਹੀਂ ਦਿੱਤੀ। ਉਹਨਾਂ ਨੇ ਦੋਸ਼ੀਆਂ ਦਾ ਹੀ ਸਦਾ ਪੱਖ ਪੂਰਿਆ। ਅਸੀਂ ਪੁੱਛਣਾ ਚਾਹੁੰਦੇ ਹਾਂ, ਜੇ 4 ਸਾਲ ਬੀਤ ਗਏ ਆ ਇਹ ਕੰਮ ਹੁੰਦੇ ਨੂੰ, ਤਾਂ ਉਹਦਾ ਆਡਿਟ ਦਾ ਰਿਕਾਰਡ ਕਿੱਥੇ ਹੈ? ਕਰੋੜ ਰੁਪਏ ਦੇ ਆਡਿਟਰ ਤੁਸੀਂ ਰੱਖੇ ਹੋਏ ਸੀਗੇ, ਉਹਨਾਂ ਦਾ ਕਿੰਨਾ ਆਮਦਨ ਆਈ, ਕਿੱਥੇ ਉਹਨਾਂ ਦਾ ਸਟਾਕ ਮੇਨਟੇਨ ਕੀਤਾ ਗਿਆ, ਉਹਦੇ ਬਾਰੇ ਤੁਹਾਨੂੰ ਪਹਿਲਾਂ ਕਿਉਂ ਨਹੀਂ ਜਾਣਕਾਰੀ ਸੀ? ਜੇ ਇਹਨਾਂ ਨੂੰ ਸਸਪੈਂਡ ਕੀਤਾ, ਇਹਦਾ ਮਤਲਬ ਗੁਰੂ ਸਾਹਿਬ ਇਹਨਾਂ ਕੋਲੇ ਹੈ। ਜੇ ਇਹਨਾਂ ਕੋਲੇ ਨਹੀਂ ਹੈਗੇ ਤੇ ਫਿਰ ਸਾਨੂੰ ਦੱਸਣ ਹੈ ਕਿੱਥੇ। ਫਿਰ ਇਹਨੇ ਜੇ ਸਸਪੈਂਡ ਕੀਤਾ ਤੇ ਇਹਨਾਂ ਨੂੰ ਕਿਉਂ ਕੀਤਾ, ਕੀ ਕਰਨਾ? ਫਿਰ ਅਗਲੀ ਇਹਦਾ ਮਤਲਬ ਹੈ ਲੋਕਾਂ ਦੇ ਅੱਖਾਂ 'ਚ ਸਿੱਖਾਂ ਦੇ ਪਾਉਣਾ ਸੀ ਵੀ ਸਸਪੈਂਡ ਕਰਦੇ। ਤੁਸੀਂ ਦੇਖ ਸਕਦੇ ਹੋ ਸਪਸ਼ਟ ਰੂਪ 'ਚ ਬੀਜੇਪੀ ਦੀ ਹਮਾਇਤ ਸੱਚੇ ਸੌਧ ਨੇ ਕੀਤੀ ਹੈ ਔਰ ਬਾਦਲਾਂ ਦੀ ਕੀਤੀ ਹੈ, ਔਰ ਉਸਨੇ ਗੁਰੂ ਸਾਹਿਬ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਹੈ, ਫਾੜ ਕੇ ਸਾੜ ਕੇ ਗੰਦੇ ਨਾਲਿਆਂ 'ਚ ਸੁੱਟ ਕੇ ਅੰਗ। ਇਹ ਸਰੂਪਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਪੂਰਾ ਹੱਥ ਹੈ। ਸੁਖਬੀਰ ਦਾ ਹੱਥ ਕਿਵੇਂ ਹੱਥ ਹੈ? ਕਿਉਂਕਿ ਜਿਹੜਾ ਜਥੇਦਾਰ ਹੈ ਉਹ ਵੀ ਪ੍ਰਕਾਸ਼ ਸਿੰਘ ਬਾਦਲ ਦੇ ਲਿਫਾਫੇ 'ਚੋਂ, ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਉਹਦੇ 'ਚੋਂ, ਤੇ ਬਾਕੀ ਮੁਲਾਜ਼ਮ ਵੀ ਉਹਦੇ। ਜਦੋਂ ਲਿਫਾਫੇ ਉਹਦੇ 'ਚੋਂ ਸਾਰਾ ਕੁਝ ਹੈ, ਤੇ ਫਿਰ ਉਹਨੂੰ ਕਿਉਂ ਨਹੀਂ ਪਤਾ ਐਡਾ ਵੱਡਾ ਗੱਲ ਹੋਵੇ। ਔਰ ਇਹ ਜੋ ਕੁਝ ਵੀ ਚੱਲ ਰਿਹਾ ਸਟੇਟ ਦੀ ਨੌਲੇਜ ਨਾਲ ਚੱਲ ਰਿਹਾ। ਇਸ ਸਟੇਟ ਨੇ ਗੁਰਸਿੱਖੀ ਨੂੰ, ਜਿਹੜਾ ਰਾਮ ਲਾਲਾ ਮੰਦਿਰ ਦਾ ਮੁੱਦਾ ਹੈ, ਉਹਦੇ ਵਿੱਚ ਰੋੜਨ ਦੀ ਕੋਸ਼ਿਸ਼ ਕੀਤੀ ਹੈ। ਭਾਈ ਦਿਲਾਵਰ ਸਿੰਘ ਦੇ ਬਰਸੀ ਸਮਾਗਮ ਤੋਂ ਉਪਰੰਤ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਇਮਾਨ ਸਿੰਘ ਮਾਨ ਤੇ ਉਹਨਾਂ ਦੀ ਪੂਰੀ ਜਥੇਬੰਦੀ ਇਸ ਟਾਈਮ ਸਕੱਤਰੇਤ ਤੋਂ ਹੁੰਦੀ ਹੋਈ ਐਸਜੀਪੀਸੀ ਦੇ ਮੁੱਖ ਦਫ਼ਤਰ ਪਹੁੰਚੀ ਹੈਗੀ ਆ। ਕੀ ਕਾਰਨ, ਨਾਲ ਗੱਲਬਾਤ ਵੀ ਕਰਦੇ ਆ। ਪਹਿਲਾਂ ਫਤਿਹ ਸਾਂਝ ਪਾਉਂਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਕੱਤਰਤ ਪਹੁੰਚੇ ਸੀਗੇ ਕਿਉਂਕਿ ਜਿਹੜੇ ਗੁਰੂ ਸਾਹਿਬ ਦੇ ਸਰੂਪ 328 ਦੀ ਜਾਣਕਾਰੀ ਐਸਜੀਪੀਸੀ ਕੋਲੇ ਹੈ ਨਹੀਂ, ਉਹਦੇ ਬਾਰੇ ਅਸੀਂ ਪੁੱਛਗਿੱਛ ਕਰਨ ਆਏ ਸੀਗੇ। ਸਾਨੂੰ ਦੱਸਿਆ ਗਿਆ ਕਿ ਮੁਲਾਜ਼ਮਾਂ ਨੂੰ ਫਾਰਗ ਕੀਤਾ ਗਿਆ ਹੈਗਾ, ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈਗਾ, ਪਰ ਅਸੀਂ ਪੁੱਛਦੇ ਹਾਂ ਕਿ ਕਿਸ ਮੁੱਦੇ ਤੇ ਉਹਨਾਂ ਨੂੰ ਸਸਪੈਂਡ ਕੀਤਾ। ਅਸੀਂ ਚਾਹੁੰਦੇ ਹਾਂ ਕਿ ਸਾਡੇ ਹਰਮਨ ਪਿਆਰੇ, ਜਾਨ ਤੋਂ ਪਿਆਰੇ ਗੁਰੂ ਗ੍ਰੰਥ ਸਾਹਿਬ ਸਾਨੂੰ ਵਾਪਸ ਮਿਲਣ। ਜੇ ਉਹਨਾਂ ਨੂੰ ਸਸਪੈਂਡ ਕੀਤਾ, ਉਹਨਾਂ ਕੋਲੋਂ ਕੀ ਜਾਣਕਾਰੀ ਲਿੱਤੀ ਹੈ ਜਿਹੜਾ ਤੁਹਾਨੂੰ ਦੱਸੇ ਕਿ ਗੁਰੂ ਸਾਹਿਬ ਹੈ ਕਿੱਥੇ, ਕਿਸ ਹਾਲਾਤ 'ਚ ਹਨ, ਕਿਹਦੇ ਕੋਲ ਹਨ। ਅਸੀਂ ਪੁੱਛਣਾ ਚਾਹੁੰਦੇ ਹਾਂ, ਜੇ 4 ਸਾਲ ਬੀਤ ਗਏ ਆ ਇਹ ਕੰਮ ਹੁੰਦੇ ਨੂੰ, ਤਾਂ ਉਹਦਾ ਆਡਿਟ ਦਾ ਰਿਕਾਰਡ ਕਿੱਥੇ ਹੈ? ਕਰੋੜ ਰੁਪਏ ਦੇ ਆਡਿਟਰ ਤੁਸੀਂ ਰੱਖੇ ਹੋਏ ਸੀਗੇ, ਉਹਨਾਂ ਦਾ ਕਿੰਨਾ ਆਮਦਨ ਆਈ, ਕਿੱਥੇ ਉਹਨਾਂ ਦਾ ਸਟਾਕ ਮੇਨਟੇਨ ਕੀਤਾ ਗਿਆ, ਉਹਦੇ ਬਾਰੇ ਤੁਹਾਨੂੰ ਪਹਿਲਾਂ ਕਿਉਂ ਨਹੀਂ ਜਾਣਕਾਰੀ ਸੀ? ਸਾਡੀ ਸੋਚ ਹੈ ਕਿ ਇਸ ਕਮੇਟੀ ਦੇ ਵਿੱਚ ਮਿਲੀ ਭੁਗਤ ਹੈ, ਔਰ ਜੋ ਫੈਸਲੇ ਲਏ ਜਾ ਰਹੇ हैं ਉਹ ਦੋਸ਼ੀਆਂ ਨੂੰ ਦੋਸ਼ੀ ਕਹਿ ਰਹੇ हैं, ਪਰ ਗੁਰੂ ਗ੍ਰੰਥ ਸਾਹਿਬ ਸਾਨੂੰ ਭਾਲ ਕੇ ਵਾਪਸ ਕਰ ਨਹੀਂ ਰਹੇ, ਜੋ ਕਿ ਮੁੱਖ ਕੰਮ ਗੁਰੂ ਘਰ ਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਪਾਲਣਾ ਕਰਨਾ, ਉਹਨਾਂ ਦੀ ਦੇਖ ਰੇਖ ਕਰਨਾ। ਦੋਸ਼ੀ ਕਹਿ ਕੇ ਗੱਲ ਸਰ ਨਹੀਂ ਜਾਂਦੀ ਹੈਗੀ। ਸੋ ਅਸੀਂ ਇਹ ਜੋ ਅਕਾਲ ਤਖਤ ਸਾਹਿਬ ਨੇ ਇਹਨਾਂ ਨੇ ਬਣਾਈ ਹੈਗੀ ਹੈ ਕਹਿ ਕੇ, ਉਹਦੇ ਉੱਤੇ ਕਿੰਤੂ ਪਰੰਤੂ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਹੈ ਕਿੱਥੇ। ਔਰ ਅਸੀਂ ਆਪਣੀ ਪਾਰਟੀ ਵੱਲੋਂ 7 ਮੈਂਬਰੀ ਕਮੇਟੀ ਤਿਆਰ ਕਰਕੇ ਇਹਦੀ ਪੜਤਾਲ ਤੇ ਲੱਗੇ ਹੋਏ ਹਾਂ। ਅਸੀਂ ਹਰੇਕ
ਸੰਗਤ ਗੁਰੂ ਕੀ ਸੰਗਤ ਨੂੰ ਬੇਨਤੀ ਕਰਦੇ ਹਾਂ, ਜਿਸ ਨੂੰ ਪਤਾ ਹੈ ਕਿ ਗੁਰੂ ਸਾਹਿਬ ਦੇ ਸਰੂਪਾਂ ਨਾਲ ਕੀ ਹੋਇਆ, ਉਹ ਸਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਉਹਨਾਂ ਨਾਲ ਸੰਪਰਕ ਕਰਨ, ਮੇਰੇ ਨਾਲ ਸੰਪਰਕ ਕਰਨ, ਬਲੈਰ ਸਾਹਿਬ ਨਾਲ, ਗੁਰਸੇਵਕ ਸਿੰਘ ਜੀ, ਹਰਬੀਰ ਸਿੰਘ ਸੰਧੂ, ਅਮਰੀਕ ਸਿੰਘ ਜੀ, ਇਹਨਾਂ ਨਾਲ ਸੰਪਰਕ ਕਰਕੇ ਸਾਨੂੰ ਦੱਸੋ, ਕਿਉਂਕਿ ਸਾਡੀ ਗੱਲ ਕਿਸੇ ਨੂੰ ਸਸਪੈਂਡ ਕਰਕੇ ਖਤਮ ਨਹੀਂ ਹੁੰਦੀ। ਅਸੀਂ ਗੁਰੂ ਸਾਹਿਬ ਨੂੰ ਵਾਪਸ ਆਪਣੇ ਘਰ ਲੈ ਕੇ ਆਉਣਾ ਚਾਹੁੰਦੇ ਹਾਂ। ਤੁਸੀਂ ਮਿਲ ਕੇ ਆਏ ਆ, ਕੀ ਭਰੋਸਾ ਦਿੱਤਾ ਅੰਦਰੋਂ ਤੁਸੀਂ ਐਸਜੀਪੀਸੀ ਦੇ ਨੁਮਾਇੰਦਿਆਂ ਨੂੰ ਮਿਲੇ? ਕੋਈ ਭਰੋਸਾ ਨਹੀਂ ਸਾਨੂੰ ਮਿਲਿਆ, ਸਾਨੂੰ ਸਿਰਫ ਸ਼ਰਮਿੰਦਗੀ ਉਹਨਾਂ ਨੇ ਮਹਿਸੂਸ ਕਰਕੇ ਦਿਖਾਈ ਹੈ, ਪਰ ਸਾਨੂੰ ਅੱਜ ਕੋਈ ਇਹੋ ਜਿਹੀ ਵੱਧ ਜਾਣਕਾਰੀ ਮਿਲੀ ਨਹੀਂ ਜਿਹਦੇ ਨਾਲ ਅਸੀਂ ਕਹਿ ਸਕੀਏ ਸਾਡੀ ਤਸੱਲੀ ਹੋਈ ਹੈ। ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਾਡੇ ਨਾਲ ਆ। ਜਸਕਰਨ ਸਿੰਘ ਸੀ ਕੌਣ ਸੀ ਅੰਦਰ ਜਦੋਂ ਤੁਸੀਂ ਮਿਲਣ ਗਏ ਸੀ, ਕਿੰਨੇ ਨੁਮਾਇੰਦੇ ਸੀ ਤੁਹਾਡੇ ਵੱਲੋਂ? ਅੱਜ ਅਸੀਂ ਸਰਦਾਰ ਅਮਾਨ ਸਿੰਘ ਜੀ ਮਾਨ, ਸਰਦਾਰ ਗੁਰਸੇਵਕ ਸਿੰਘ ਜੀ ਜਵਾਰਕੇ, ਸਰਦਾਰ ਹਰਪਾਲ ਸਿੰਘ ਜੀ ਬਲੇਰ, ਮਾਸਟਰ ਕਰਨੈਲ ਸਿੰਘ ਜੀ ਨਾਰੀਕੇ, ਹਰਬੀਰ ਸਿੰਘ ਜੀ ਸੰਧੂ, ਅਮਰੀਕ ਸਿੰਘ ਜੀ ਨੰਗਲ, ਬੀਬੀ ਗੁਰਦੀਪ ਕੌਰ ਚੱਠਾ ਤੇ ਦਾਸ, ਅਸੀਂ ਇਹ ਜਿਹੜੀ ਜਾਂਚ ਕਮੇਟੀ ਜਿਹੜੀ ਸਾਡੀ ਬਣੀ ਸੀ, ਇਹ ਜਾਂਚ ਕਮੇਟੀ ਬਣਾਈ ਕਿਉਂਕਿ ਪਿਛਲੇ ਦਿਨੀ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪ ਚੋਰੀ ਹੋ ਗਏ ਸੀ। ਉਹ ਕਹਿੰਦੇ 267 ਦੇ ਵਿੱਚ ਹੁਣ ਵਾਧਾ ਹੋ ਗਿਆ, 328 ਬਣ ਗਏ। ਹੁਣ ਪਤਾ ਨਹੀਂ ਅਗਲਾ ਕਿੰਨਾ ਵਾਧਾ ਹੋਣਾ, ਇਹਨਾਂ ਤੋਂ ਇਹ ਨਹੀਂ ਪਤਾ। ਜੇ 267 ਦੀ ਜਾਣਕਾਰੀ ਗਲਤ ਹੈ, ਇਹਦਾ ਮਤਲਬ ਸਿਸਟਮ ਗਲਤ ਹੈ, ਇਹਨਾਂ ਨੂੰ ਕੁਝ ਪਤਾ ਹੀ ਨਹੀਂਗਾ ਹੈ ਇਹ ਵਧੇ ਕਿਵੇਂ ਹਜੇ ਸਰੂਪ ਹੁਣ ਉਹਦੇ ਬਾਰੇ ਨਾ ਸਰੂਪ ਹੋਣ। ਤੇ ਫਿਰ ਉਸ ਸੰਬੰਧ ਦੇ ਵਿੱਚ ਇਹ ਜਿਹੜੀ ਇਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨੇ ਕਮੇਟੀ ਬਣਾਤੀ, ਕਮੇਟੀ ਬਣਾ ਕੇ ਤੇ ਉਹਨੇ ਰਿਪੋਰਟ ਦੇਤੀ। ਰਿਪੋਰਟ ਦੇ ਕੇ ਉਸ ਰਿਪੋਰਟ ਤੇ ਸਾਨੂੰ ਤਸੱਲੀ ਨਹੀਂ, ਨਾ ਅਸੀਂ ਉਸ ਨੂੰ ਮੰਨਦੇ ਹਾਂ। ਕਿਉਂ ਨਹੀਂ ਮੰਨਦੇ? ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਅਕਾਲ ਤਖਤ ਸਾਹਿਬ ਤੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਤੋਂ ਜਿੰਨੀਆਂ ਵੀ ਕਮੇਟੀਆਂ ਬਣੀਆਂ, ਉਹਨਾਂ ਨੇ ਪੰਥ ਦਾ ਪੱਖ ਨਹੀਂ ਪੂਰਿਆ, ਸਹੀ ਰਿਪੋਰਟ ਨਹੀਂ ਦਿੱਤੀ, ਉਹਨਾਂ ਨੇ ਦੋਸ਼ੀਆਂ ਦਾ ਹੀ ਸਦਾ ਪੱਖ ਪੂਰਿਆ। ਉਦਾਹਰਨ ਵਜੋਂ ਪਿੱਛੇ ਚੱਲੀਏ, ਬਿਆਸ ਦੇ ਵਿੱਚ ਪਿੰਡ ਵੜੈਚ ਪੱਤੀ ਗੁਰੂ ਘਰ ਢਾਤਾ ਤੇ ਕਮੇਟੀ ਬਣ ਗਈ। ਉਹਦੇ 'ਚ ਮੈਂਬਰ ਕੌਣ ਸੀਗਾ? ਮਹਿਤਾ ਸਾਹਿਬ। ਮਹਿਤਾ ਸਾਹਿਬ ਨੇ ਰਿਪੋਰਟ ਦਿੱਤੀ, ਕਹਿੰਦੇ ਬਿਲਕੁਲ ਠੀਕ, ਕੁਛ ਨਹੀਂ ਉੱਥੇ ਹੋਇਆ। ਫਿਰ ਜਦੋਂ ਪਤਾ ਲੱਗਿਆ, ਪਿੰਡ ਦੇ ਲੋਕਾਂ ਨੇ ਸੰਪਰਕ ਕੀਤਾ, ਅਸੀਂ ਵੀ ਕੀਤਾ, ਮਾਨ ਸਾਹਿਬ ਕੋਲੇ ਆਏ, ਅਸੀਂ ਪਿੰਡ ਗਏ। ਜਦੋਂ ਤੇ ਪਤਾ ਲੱਗਿਆ ਤੇ ਅਸੀਂ ਰਿਪੋਰਟ, ਹਰਬੀਰ ਸਿੰਘ ਸੰਧੂ ਸੀ ਰਿਪੋਰਟ ਤਿਆਰ ਕੀਤੀ। ਅਸੀਂ ਆਖਿਆ ਇਹ ਕਮੇਟੀ ਰੱਦ, ਗੁਰਦੁਆਰਾ ਢਾਇਆ। ਪੰਥ ਨੇ ਦਬਾਅ ਪਾਇਆ, ਗੁਰਦੁਆਰਾ ਵੀ ਬਣਾਤਾ। ਉਸ ਤੋਂ ਬਾਅਦ ਕੀ ਹੋਇਆ? ਆਹ ਦਰਸ਼ਨੀ ਡਿਓੜੀ ਤਰਨਤਾਰਨ ਦੀ ਢਾਤੀ, ਮਤਾ ਪਾਸ ਕਰਤਾ ਨਾਲ ਦੀ ਨਾਲ। ਕਿਉਂ ਮਤਾ ਕਿਦੋਂ ਪਾਸ ਆਇਆ? ਪਹਿਲਾਂ ਮਤਾ ਪਾਸ ਕੀ ਰੱਦ ਕੀਤਾ, ਕਿਉਂਕਿ ਬੀਬੀ ਜਗੀਰ ਕੌਰ ਚੋਣ ਲੜਦੀ ਸੀ, ਉਹਨਾਂ ਦੀ ਸੰਧੀ ਹੋ ਗਈ, ਸੰਧਾ ਹੋ ਕੇ ਉਹਨਾਂ ਨੂੰ ਦੇਤੀ। ਕੀ ਉਹਨੂੰ ਦੇਤੀ, ਬਾਬਾ ਜੀ ਨੂੰ ਦੇਤੀ, ਕਾਰ ਸੇਵਾ ਦੇਤੀ। ਜਦੋਂ ਸਾਰਾ ਕੁਝ ਢਾਇਆ ਸੀ, ਮੋਰਚਾ ਲਾਇਆ, 95 ਦਿਨ ਉੱਤੇ ਬੈਠੇ ਰਹੇ, ਉਹ ਵੀ ਰੱਦ ਹੋ ਗਈ। ਰੱਦ ਹੋ ਕੇ ਉਵੇਂ ਡਿਓੜੀ ਆ। ਤੇ ਜਦੋਂ ਪੰਥ ਨੇ ਰੱਦ ਕੀਤੀ, ਇਹਦਾ ਮਤਲਬ ਉਹ ਵੀ ਉਸ ਵੀ ਗਲਤ ਹੋ ਗਏ। ਉਸ ਤੋਂ ਬਾਅਦ ਸਿਰਸੇ ਵਾਲੇ ਸਾਧ ਨੂੰ ਮਾਫੀ ਦੇਤੀ ਬਿਨਾਂ ਮੰਗਿਆ, ਗਿਆਨੀ ਗੁਰਬਚਨ ਸਿੰਘ ਨੇ ਮਾਫੀ ਦੇਤੀ ਤੇ 95 ਲੱਖ ਦੇ ਇਸ਼ਤਿਹਾਰ ਦਿੱਤੇ। ਜਦੋਂ ਪੰਥ ਨੂੰ ਪਤਾ ਲੱਗਿਆ ਕਿ ਸਿਰਸੇ ਵਾਲੇ ਸਾਧ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ, ਕਰਾਈ ਹੈ, ਤੇ ਪ੍ਰਕਾਸ਼ ਸਿੰਘ ਬਾਦਲਾਂ ਨੇ ਕਰਾਈ ਹੈ, ਤੇ ਇਹ ਜਦੋਂ ਸਾਰਿਆਂ ਨੇ ਕਰਾਈ ਤੇ ਅਸੀਂ ਜਦੋਂ ਪੰਥ ਨੂੰ ਰਿਪੋਰਟ ਦਿੱਤੀ ਤੇ ਰਿਪੋਰਟ ਦੇ ਕੇ ਰੱਦ ਕਰਤੀ। ਇਹਦਾ ਮਤਲਬ ਕਮੇਟੀ ਤਸੱਲੀ ਬਖਸ਼ ਨਹੀਂ ਹੈ। ਹੁਣ ਇਹ ਵੀ ਕਮੇਟੀ ਤਸੱਲੀ ਬਖਸ਼ ਨਹੀਂ, ਪੰਥ ਨੂੰ ਉਹਦੇ ਤੇ ਅਤਵਾਰ ਨਹੀਂ। ਇਹਦਾ ਕਾਰਨ ਕੀ ਆ? ਅਸੀਂ ਜਦੋਂ ਗਏ ਅੰਦਰ, ਅਸੀਂ ਗਏ, ਆਲਾ ਸਾਹਿਬ ਸੀ, ਸਕੱਤਰ ਸਾਹਿਬ, ਭੂਰਾ ਕੋਨਾ ਸਾਹਿਬ ਸੀ, ਸਾਰਾ ਅਮਲਾ ਸੀ। ਪਹਿਲਾਂ ਤਾਂ ਉਹਨਾਂ ਨੇ ਅੰਦਰ ਵੇਖੋ ਜੀ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਪੰਥ ਦੀ ਕਮੇਟੀ ਹੋਵੇ, ਸੀਆਈਡੀ ਵਾਲੇ ਅੰਦਰ ਬਿਠਾ ਲਏ। ਦੱਸੋ ਸੀਆਈਡੀ ਨਾਲ ਚੱਲਦੀ ਹੁੰਦੀ ਹੈ? ਹੁਣ ਸੀਆਈਡੀ ਉੱਥੇ ਬੈਠੂਗੀ, ਸਾਡੇ ਸੀਆਈਡੀ ਕੰਮ ਕਰੂਗੀ? ਇਸ ਕਰਕੇ ਉੱਥੋਂ ਫਿਰ ਉਹਨੂੰ ਬਾਹਰ ਕੱਢਿਆ ਸੀ। ਬਾਹਰ ਕੱਢ ਕੇ ਗੱਲ ਕੀਤੀ, ਅਸੀਂ ਆਖਿਆ ਵੀ ਤੁਹਾਡੀਆਂ ਕਮੇਟੀਆਂ ਰਿਜੈਕਟ, ਤੁਹਾਡੀਆਂ ਕਮੇਟੀਆਂ ਨੇ ਇਹ ਸਾਰਾ ਕੰਮ ਨਹੀਂ। ਫਿਰ ਉਹ ਕਹਿੰਦੇ ਜੇ ਅਸੀਂ ਕਰ ਰਹੇ ਹਾਂ, ਸਾਡਾ ਵੀ ਗੁਰੂ ਆ। ਮੈਂ ਕਿਹਾ ਅਸੀਂ ਕਦੋਂ ਕਹਿੰਦੇ ਤੁਹਾਡਾ ਨਹੀਂ ਗੁਰੂ? ਗੁਰੂ ਤੁਹਾਡਾ ਵੀ ਹੈ। ਤੇ ਅਸੀਂ ਆਖਿਆ ਜਿਹੜੇ ਮੁਲਾਜ਼ਮ ਤੁਸੀਂ ਟਰਮੀਨੇਟ ਕਰਤੇ ਤੇ ਸਸਪੈਂਡ ਕਰਤੇ, ਇਹ ਮੁਲਾਜ਼ਮਾਂ ਦੇ ਟਰਮੀਨੇਟ ਤੇ ਸਸਪੈਂਡ ਕਰਨ ਨਾਲ ਸਿੱਖਾਂ ਦੀ ਤਸੱਲੀ ਥੋੜੀ ਨੇ। ਗਾਇਬ ਸਾਡੇ ਗੁਰੂ ਸਾਹਿਬ ਕਿੱਥੇ ਆ? ਜੇ ਇਹਨਾਂ ਨੂੰ ਸਸਪੈਂਡ ਕੀਤਾ, ਇਹਦਾ ਮਤਲਬ ਗੁਰੂ ਸਾਹਿਬ ਇਹਨਾਂ ਕੋਲੇ ਆ। ਜੇ ਇਹਨਾਂ ਕੋਲੇ ਨਹੀਂ ਹੈਗੇ ਤੇ ਫਿਰ ਸਾਨੂੰ ਦੱਸਣ ਹੈ ਕਿੱਥੇ? ਫਿਰ ਇਹਨੇ ਜੇ ਸਸਪੈਂਡ ਕੀਤਾ ਤੇ ਇਹਨਾਂ ਨੂੰ ਕਿਉਂ ਕੀਤਾ, ਕੀ ਕਰਨਾ? ਫਿਰ ਅਗਲੀ ਇਹਦਾ ਮਤਲਬ ਹੈ ਲੋਕਾਂ ਦੇ ਅੱਖਾਂ 'ਚ ਸਿੱਖਾਂ ਦੇ ਪਾਉਣਾ ਸੀ ਵੀ ਸਸਪੈਂਡ ਕਰਦੇ ਮੰਨ ਰਹੇ ਆ ਨਾ, ਗਲਤੀ ਜੋ ਮੰਨੀ ਗਈ ਹੈ ਕਿ ਐਸਜੀਪੀਸੀ ਕੋਲ ਬੜੀ ਵੱਡੀ ਗਲਤੀ ਹੋਈ ਆ, ਇਹ ਤੋਂ ਸਪਸ਼ਟ ਹੋ ਰਿਹਾ ਨਾ। ਗੱਲ ਹੈ, ਸ਼ਰਮਿੰਦੇ ਸੀਗੇ, ਮੰਨਣ ਚਾਹੇ ਨਾ ਮੰਨਣ, ਪਰ ਉਹਦੇ ਝਲਕਦੀ ਸੀ। ਅਸੀਂ ਤਾਂ ਇਹ ਵੀ ਕਿਹਾ ਭਾਈ ਸਾਹਿਬ ਤੁਸੀਂ ਉਹੀ ਬੰਦੇ ਹੋ ਜਿਨ੍ਹਾਂ ਸਾਨੂੰ ਇੱਥੋਂ ਫੜ ਲੈਂਦੇ ਸੀ, ਸਾਡੇ ਤੇ ਪਰਚੇ ਦਰਜ ਕਰ ਦਿੰਦੇ ਸੀ। ਹੈ ਪ੍ਰਤਾਪ ਸਿੰਘ ਹੋਰਾਂ ਨੇ ਕਿਹਾ ਭਾਈ ਤੂੰ ਕੀ ਕਰਦੇ ਰਿਹਾ ਸਾਡੇ ਨਾਲ? ਹੈ ਫਿਰ ਜਦੋਂ ਪ੍ਰਤਾਪ ਸਿੰਘ ਨੂੰ ਕਿਹਾ ਨਹੀਂ ਕਹਿੰਦਾ ਜੀ ਅਸੀਂ ਤਾਂ ਸਾਡੇ ਉੱਤੇ ਜਿਹੜੇ ਵੱਡੇ ਬੈਠੇ ਸੀ ਨਾ, ਮਜਬੂਰੀ 'ਚ ਅਸੀਂ ਕਰਦੇ। ਮੈਂ ਕਿਹਾ ਚੱਲ ਕੋਈ ਨਹੀਂ, ਮੰਨ ਲਿਆ, ਦੇਰ ਆਏ ਦਰੁਸਤ ਆਏ, ਫਿਰ ਵੀ ਤੁਹਾਨੂੰ ਅਸੀਂ ਫਿਰ ਇਹ ਜਦੋਂ ਸਾਰਾ ਕੁਝ ਕਿਹਾ, ਇਹ ਜਿਹੜੀਆਂ ਫਿਰ ਉਹਨਾਂ ਨੇ ਅਮਾਨ ਸਿੰਘ ਮਾਨ ਨੇ ਇੱਕ ਕੁਐਸਚਨ ਉਠਾਇਆ ਵੀ ਇਹ ਰੋਜ਼ ਦੀ ਰੋਜ਼ ਰਿਪੋਰਟ
ਪੰਥ ਨੂੰ ਦੇਣੀ ਚਾਹੀਦੀ ਹੈ ਵੀ ਅੱਜ ਅਸੀਂ ਕੀ ਕਰ ਰਹੇ ਹਾਂ, ਕੱਲ ਇਹਦੇ ਤੇ ਕੀ ਕਰ ਰਹੇ ਹਾਂ। ਕਹਿੰਦੇ ਅਸੀਂ ਦੇਵਾਂਗੇ, ਕਹਿੰਦਾ ਦੇਵਾਂਗੇ, ਅਸੀਂ ਰਿਪੋਰਟ ਦੇਵਾਂਗੇ ਹੈ। ਉਹ ਕਹਿੰਦੇ ਵੀ ਅਸੀਂ ਉਹ ਕੰਮ ਕਰ ਰਹੇ ਹਾਂ ਜੋ ਪੰਥ ਦੇ ਵਿੱਚ। ਅਸੀਂ ਆਖਿਆ ਸਾਨੂੰ ਤਸੱਲੀ ਨਹੀਂ, ਠੀਕ ਹੈ ਤੁਸੀਂ ਸਾਡੇ ਨਾਲ ਟੇਬਲ ਤੇ ਗੱਲ ਕਰ ਲਈ ਹੈ, ਅਸੀਂ ਟੇਬਲ ਤੇ ਤੁਹਾਡੇ ਨਾਲ ਗੱਲ ਕੀਤੀ ਹੈ। ਇਸ ਕਰਕੇ ਚੋਰ ਕੁੱਤੀ ਰਲੇ ਹੋਏ ਆ ਬਿਲਕੁਲ। ਇੱਕੋ ਹੀ ਹੱਲ ਐਸਜੀਪੀਸੀ ਦਾ ਇਲੈਕਸ਼ਨ ਹੋਵੇ ਤੇ ਕਮਿਸ਼ਨ ਬਣੇ, ਦਿੱਲੀ ਤੋਂ ਆਪਾਂ ਖੜਾ ਛੜਾਈਏ। ਜਦੋਂ ਚੋਣਾਂ ਹੋਣੀਆਂ ਵਾਰੀ-ਵਾਰੀ, ਸਿੱਖ ਗੁਰਮਤਿ ਨਾਲ ਜੁੜਨਗੇ, ਅਸੀਂ ਪਿੰਡਾਂ 'ਚ ਜਾਵਾਂਗੇ, ਸਿੱਖੀ ਹੋਰ ਪ੍ਰਫੁੱਲਤ ਹੋਊਗੀ। ਫਿਰ ਜਦੋਂ ਇਹ ਸਾਰਾ ਕੁਝ ਇਹਦੇ ਵਿੱਚ, ਇਹ ਸਰੂਪਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਪੂਰਾ ਹੱਥ ਹੈ। ਸੁਖਬੀਰ ਦਾ ਹੱਥ ਕਿਵੇਂ ਹੱਥ ਹੈ? ਕਿਉਂਕਿ ਜਿਹੜਾ ਜਥੇਦਾਰ ਹੈ ਉਹ ਵੀ ਪ੍ਰਕਾਸ਼ ਸਿੰਘ ਬਾਦਲ ਦੇ ਲਿਫਾਫੇ 'ਚੋਂ, ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਉਹਦੇ 'ਚੋਂ, ਤੇ ਬਾਕੀ ਮੁਲਾਜ਼ਮ ਵੀ ਉਹਦੇ। ਜਦੋਂ ਲਿਫਾਫੇ ਉਹਦੇ 'ਚੋਂ ਸਾਰਾ ਕੁਝ ਹੈ ਤੇ ਫਿਰ ਉਹਨੂੰ ਕਿਉਂ ਨਹੀਂ ਪਤਾ ਐਡਾ ਵੱਡਾ ਗੱਲ ਹੋਵੇ। ਬਗਰਾੜੀ ਤਾਂ ਇੱਕ ਗੁਰੂ ਹੋਏ ਸੀ, ਇੱਥੇ 267 ਹਜੇ ਪਤਾ ਹੀ ਨਹੀਂ, ਗੁਰੂਆਂ ਬਾਰੇ ਨਹੀਂ ਪਤਾ, ਹੁਣ 328 ਹੋ ਗਏ। ਇਹ ਹੋਰ ਵੱਧ ਜਾਣੇ ਆ ਕਿਉਂਕਿ ਇਹਨਾਂ ਨੂੰ ਪਤਾ ਹੀ ਕੱਖ ਨਹੀਂਗਾ ਕਿ ਕੀ ਹੋ ਰਿਹਾ। ਕਿਉਂਕਿ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਜੀ, ਤੁਸੀਂ ਵੇਖੋ 14 ਗੁਰੂ ਗ੍ਰੰਥ ਸਾਹਿਬ ਅਗਨੀ ਭੇਟ ਹੋ ਗਏ ਤੇ ਨਾ ਪੰਥ ਨੂੰ ਦੱਸਿਆ, ਨਾ ਕੌਮ ਨਾ ਪਛਤਾਵਾ ਕੀਤਾ। ਕਿਉਂ ਨਹੀਂ ਦੱਸਿਆ? ਕੀ ਕਰਨਾ? 4 ਸਾਲ ਹੋ ਗਏ, ਕਿਉਂ ਨਹੀਂ? ਤੇ ਫਿਰ ਆਹ ਜਿਹੜੇ ਹੋਏ ਆ ਇਹ ਕਿਉਂ ਨਹੀਂ ਪਤਾ ਲੱਗਿਆ? ਕਿਉਂਕਿ ਇੱਕ ਲਿਸਟ ਜਾਰੀ ਕਰਤੀ, ਕਹਿੰਦੇ ਜੀ ਅਸੀਂ ਜੀ ਕੁਲਵੰਤ ਸਿੰਘ ਹੋਰਾਂ ਨੂੰ ਫਲਾਣੇ ਬੰਦੇ ਨੂੰ ਸਸਪੈਂਡ ਕਰਤਾ। ਇਸ ਕਰਕੇ ਸਾਡੀ ਕੌਮ ਦੀ ਇਹਦੇ ਨਾਲ ਤਸੱਲੀ ਨਹੀਂ। ਤੇ ਇੱਕ ਫਿਰ ਕਹਿੰਦੇ ਜੀ ਅਸੀਂ ਇਹਨਾਂ ਦੇ ਪਰਚਾ ਦਰਜ ਕਰਾਵਾਂਗੇ। ਫਿਰ ਸਾਨੂੰ ਕਹਿੰਦੇ ਛੇਤੀ ਕਰ ਵੀ। ਮੈਂ ਕਿਹਾ ਪਰਚਾ ਦਰਜ ਕਰਾਉਂਗੇ ਤੇ ਗੁਰੂ ਸਾਹਿਬ ਕਿੱਥੇ ਆ? ਪਰਚੇ ਨਾਲ ਥੋੜੀ ਹੱਲ ਹੋਣਾ। ਇਸ ਕਰਕੇ ਜਿਵੇਂ ਅਸੀਂ ਗੁਰੂ ਸਾਹਿਬ ਦੇ ਦੋਸ਼ੀ ਲੱਭ ਕੇ ਜਿਹੜੇ ਜੇਲ੍ਹਾਂ 'ਚ ਨਹੀਂ ਸਨ, ਤੇ ਹੁਣ ਦੱਸੋ, ਹੁਣ ਇਹ ਵੀ ਗੁਰੂ ਸਾਹਿਬ ਦੇ ਦੋਸ਼ੀ ਲੱਭ ਕੇ, ਗੁਰੂ ਸਾਹਿਬ ਸਾਡਾ ਗੁਰੂ ਹੈ ਜਿਹਦੇ ਲਈ ਅਸੀਂ ਮਰ ਸਕਦੇ ਹਾਂ, ਮਿਟ ਸਕਦੇ ਹਾਂ, ਸਾਡੀ ਜਿੰਦ ਜਾਨਾ ਸਾਰੀ ਕੌਮ ਹੈ। ਫਿਰ ਅਸੀਂ ਇਹ ਵੀ ਕਿਹਾ ਬਈ ਤੁਸੀਂ ਚੋਰ ਕੁੱਤੀ ਤਾਂ ਰਲ ਗਏ, ਕਮੇਟੀ ਤੁਸੀਂ ਆਪਦੀ ਬਣਾ ਲਈ, ਗੁਰੂ ਗ੍ਰੰਥ ਸਾਹਿਬ ਪੂਰੀ ਕੌਮ ਦੇ ਆ, ਉਹਦੇ ਵਿੱਚ ਸਾਰੇ ਬੰਦੇ ਪਾਉਣੇ, ਪੰਥ ਦੇ ਬੰਦੇ ਕਿਉਂ ਨਹੀਂ ਪਾਏ? ਫਿਰ ਜੇ ਸਾਰੇ ਪੰਥ ਦੇ ਬੰਦੇ ਹੁੰਦੇ ਉਹਦੇ ਵਿੱਚ ਬੈਠਦੇ, ਉਹਦੀ ਰਿਪੋਰਟਿੰਗ ਕਰਦੇ, ਸਾਰੀ ਕਰਦੇ, ਕਹਿੰਦਾ ਅਸੀਂ ਨੋਟ ਕਰ ਲਿਆ ਜੀ। ਮੈਂ ਕਿਹਾ ਪਹਿਲਾਂ ਯਾਦ ਨਹੀਂ? ਮੈਂ ਕਿਹਾ ਤੁਸੀਂ ਕਮੇਟੀ ਤਾਂ ਆਪਦੀ ਆਪ ਤੱਕ ਨੁਮਾਇੰਦੇ ਕੋਈ ਗੱਲ ਹੋਈ ਜੀ, ਲੈਣ ਨਾ ਲੈਣੇ ਨੇ ਕਾਹਦੇ ਲੈਣੇ ਆ? ਅਸੀਂ ਕਿਹਾ ਤੁਹਾਡੀ ਅਸੀਂ ਤਾਂ ਜਾਰੀ ਰੱਖੀ ਆ। ਅਸੀਂ ਉਹਨਾਂ ਨੇ ਕਿਹਾ ਅੰਨਾ ਮੰਡੇ ਸੀਰਨੀਆਂ ਮੁੜ ਮੁੜ ਘਰਦਿਆਂ ਨੂੰ ਦੇ। ਇਸ ਕਰਕੇ ਆਪਦੀਆਂ ਕਮੇਟੀਆਂ ਆਪ ਹੀ ਬੇਅਦਬੀ ਕਰ ਦਿਓ, ਆਪ ਹੀ ਛੱਡ ਦਿਓ, ਆਪ ਹੀ ਮਾਫੀ ਦੇ ਦਿਓ। ਇਸ ਕਰਕੇ ਚੋਰ ਕੁੱਤੀ ਰਲੇ ਹੋਇਆ। ਇਹ ਚੋਰ ਕੁੱਤੀ ਦਾ ਜਿਹੜਾ ਗਰੋਹ ਬਣਿਆ ਇਹ ਅਸੀਂ ਤੋੜ ਕੇ ਰਵਾਂਗੇ। ਅਸੀਂ ਉਹਨਾਂ ਚਿਰ ਸਾਹ ਨਹੀਂ ਲਵਾਂਗੇ ਜਿੰਨਾ ਚਿਰ ਮਾਨ ਸਾਹਿਬ ਬੁਰਜ ਜਵਾਰ ਸਿੰਘ ਵਾਲਾ ਤੋਂ ਇੱਕ ਸਰੂਪ ਚੋਰੀ ਹੋਏ ਸੀ, ਅਜੇ ਤੱਕ ਕੌਮ ਖਮਿਆਜਾ ਭੁਗਤ ਰਹੀ ਆ। ਬੁਰਜ ਜਵਾਰ ਸਿੰਘ ਵਾਲਾ ਬਰਗੜ ਵਿੱਚ ਖਿਲਾਰੇ ਜਾਂਦੇ ਆ। ਇਹ ਤੇ ਬਹੁਤ ਵੱਡੀ ਗੱਲ ਆ, 328 ਸਰੂਪਾਂ ਦੀ ਗੱਲ ਆ। ਕਿਉਂਕਿ ਇੱਕ ਸਰੂਪ ਨੂੰ ਆਪਾਂ ਅਜੇ ਤੱਕ ਕਹਿ ਰਹੇ ਆ, ਤਾਂ ਦੂਜਾ ਕਲਿਆਣ ਪਿੰਡ ਤੋਂ ਇੱਕ ਸਰੂਪ ਹੋਰ ਚੋਰੀ ਹੋ ਚੁੱਕਾ ਸੀ, ਜਿਹਦੇ ਵਿੱਚ ਹੁਣ ਵੀ ਐਸਜੀਪੀਸੀ ਦੇ ਨੁਮਾਇੰਦੇ ਵੀ ਉੱਥੇ ਪਹੁੰਚੇ ਸੀ, ਅਕਾਲੀ ਦਲ ਬਾਦਲ ਵੀ ਪਹੁੰਚਿਆ ਤੇ ਸਮੂਹਕ ਜਥੇਬੰਦੀਆਂ ਨੇ ਉੱਥੇ ਵੀ ਧਰਨੇ ਲਾਏ। ਇਹ ਜਿਹੜਾ ਭਾਰਤ ਦਾ ਸਟੇਟ ਹੈ, ਇਹਨੇ ਜਿਹੜੇ ਸਿੱਖੀ ਦੇ ਬਰਖਲਾਫ ਇੰਨੇ ਐਕਸ਼ਨ ਲਿੱਤੇ ਹੈ ਜਿਹਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਤੁਸੀਂ ਦੇਖ ਸਕਦੇ ਹੋ। ਸਪਸ਼ਟ ਰੂਪ 'ਚ ਬੀਜੇਪੀ ਦੀ ਹਮਾਇਤ ਸੱਚੇ ਸੌਧ ਨੇ ਕੀਤੀ ਹੈ ਔਰ ਬਾਦਲਾਂ ਦੀ ਕੀਤੀ ਹੈ, ਔਰ ਉਸਨੇ ਗੁਰੂ ਸਾਹਿਬ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਹੈ, ਫਾੜ ਕੇ ਸਾੜ ਕੇ ਗੰਦੇ ਨਾਲਿਆਂ 'ਚ ਸੁੱਟ ਕੇ ਅੰਗ। ਔਰ ਇਹ ਜੋ ਕੁਝ ਵੀ ਚੱਲ ਰਿਹਾ ਸਟੇਟ ਦੀ ਨੌਲੇਜ ਨਾਲ ਚੱਲ ਰਿਹਾ। ਇਸ ਸਟੇਟ ਨੇ ਗੁਰਸਿੱਖੀ ਨੂੰ ਜਿਹੜਾ ਰਾਮ ਲਾਲਾ ਮੰਦਿਰ ਦਾ ਮੁੱਦਾ ਹੈ ਉਹਦੇ ਵਿੱਚ ਰੋੜਨ ਦੀ ਕੋਸ਼ਿਸ਼ ਕੀਤੀ ਹੈ। ਉੱਥੇ ਨਿਹੰਗ ਸਿੰਘਾਂ ਨੂੰ ਦਿਖਾਇਆ ਕਿ ਉਹਨਾਂ ਨੇ ਮੰਗ ਕੀਤੀ ਹੈ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਿਖਾਇਆ ਹੈ ਕਿ ਉਹ ਵੀ ਰਾਮ ਦੇ ਉਪਾਸ਼ਕ ਸਨ। ਪਰ ਦਸਮ ਗ੍ਰੰਥ 'ਚ ਜਿਹੜਾ ਗੁਰੂ ਸਾਹਿਬ ਆਖਦੇ ਹੈ ਰਾਮ ਰਹੀਮ ਕੁਰਾਨ ਕਰਾਨ ਇੱਕ ਮਤ ਨਾ ਮੰਨਿਓ। ਸਾਨੂੰ ਤਾਂ ਇਹਨਾਂ ਚੀਜ਼ਾਂ ਤੋਂ ਪਰਾਂ ਰੱਖਿਆ। ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਕਹਿਤਾ ਸੀ ਨਾ ਮੈਂ ਹਿੰਦੂ ਨਾ ਮੈਂ ਮੁਸਲਮਾਨ। ਤੇ ਸਾਡੇ ਇਹ ਜਿਹੜਾ ਨਿਸ਼ਾਨਾ ਸਾਨੂੰ ਰਲਾਣ 'ਚ ਲਾਇਆ ਹੋਇਆ ਹੈ, ਜਿਹੜੇ ਵਿਛੜੇ ਗੁਰੂ ਘਰ ਨਨਕਾਣਾ ਸਾਹਿਬ, ਪੰਜਾ ਸਾਹਿਬ, ਪਾਕਿਸਤਾਨ 'ਚ ਜਿਹਦੀ ਅਰਦਾਸ ਅਸੀਂ ਰੋਜ਼ ਕਰਦੇ ਹਾਂ, ਇਹ ਉਹਦੇ ਬਰਖਲਾਫ ਸਾਜ਼ਿਸ਼ ਚੱਲੀ ਗਈ ਹੈ। ਕਿਉਂਕਿ ਉੱਥੇ ਦੇ ਕੱਟੜਵਾੜੀ ਹੁਣ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਮਸਜਿਦ ਬਣਾਉਣਾ ਹੈ। ਇਹ ਜਿਹੜਾ ਰਾਮ ਮੰਦਿਰ ਬਣਿਆ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਦ ਹਰਗੋਬਿੰਦਪੁਰ ਫਤਿਹ ਕੀਤਾ ਸੀ, ਮਸੀਤ ਤੋੜਨ ਤੋਂ ਉੱਥੇ ਸਿੰਘਾਂ ਨੂੰ ਰੋਕਤਾ ਸੀ ਕਿ ਇਹ ਸਾਡੀ ਮਰਿਆਦਾ ਨਹੀਂ ਹੈ, ਅਸੀਂ ਹੋਰ ਗੁਰੂ ਘਰਾਂ ਨੂੰ ਨਹੀਂ ਤੋੜਦੇ। ਪਰ ਇਹ ਸੋਚ ਇਹ ਬੀਜੇਪੀ ਨੇ, ਸਟੇਟ ਨੇ ਰੱਖੀ ਹੋਈ ਹੈ ਕਿ ਇਹਨਾਂ ਦੇ ਜਿੱਥੇ ਵੀ ਸੱਟ ਵੱਜਦੀਆਂ ਮਾਰੋ, ਜਿੱਥੇ ਖਤਮ ਕਰ ਸਕਦੇ ਆ ਖਤਮ ਕਰੋ। ਔਰ ਸਾਡੀ ਸੋਚ ਦੇ ਉੱਤੇ ਵੀ ਇਹਨਾਂ ਨੇ ਵਾਰ ਕੀਤੀ ਹੋਈ ਹੈ, ਜੋ ਕਿ ਵਿਵੇਕਾਨੰਦ ਕਹਿੰਦਾ ਸੀ ਬੈਕ ਟੂ ਦ ਵੇਦਾਂ, ਜਿਹਦੇ ਵਿੱਚ ਸਾਨੂੰ ਮਨੂ ਦੱਸਦਾ ਹੈ ਕਿ ਸ਼ੂਦਰ ਦਾ ਕੰਮ ਹੈ ਕਿ ਬ੍ਰਾਹਮਣ ਦਾ ਨੌਕਰ ਬਣ ਕੇ ਉਹਦੇ ਵੱਲ ਅੱਖ ਵੀ ਨਹੀਂ ਚੱਕਣੀ, ਤੇ ਜਾਤ ਪਾਤ 'ਚ ਵੰਡ ਕਰਦਾ ਹੈ।
ਅੱਜ ਉਸ ਵਿਵੇਕਾਨੰਦ ਦੇ ਬਰਖਲਾਫ ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਹੋਣਾ ਨੇ ਸਿੰਘ ਸਭਾ ਲਹਿਰ ਚਲਾ ਕੇ ਇਹ SGPC ਤੇ ਅਕਾਲੀ ਦਲ ਸਥਾਪਿਤ ਕੀਤਾ ਸੀ। ਅੱਜ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਜਾ ਕੇ ਕਹਿੰਦਾ ਵਿਵੇਕਾਨੰਦ ਦੀ ਸ਼ਰਧਾਂਜਲੀ ਦੇ ਉੱਤੇ ਜਾ ਕੇ ਕਹਿੰਦਾ ਕਿ ਵਿਵੇਕਾਨੰਦ ਦੀ ਬੱਲੇ ਬੱਲੇ ਉਹਦੀ ਵਰ੍ਹੇਗੰਢ ਮਨਾਵਾਂਗੇ। ਜਦ ਇਹੋ ਜੀ ਸਥਿਤੀ ਆਈ ਹੋਈ ਹੈ, ਫਿਰ ਸਾਡੇ ਵਰਗੀਆਂ ਜਥੇਬੰਦੀਆਂ ਨੂੰ ਗੁਰੂ ਸਾਹਿਬ ਦੇ ਮਗਰ ਲੱਗ ਕੇ ਉਹਨਾਂ ਦੀ ਦੇਖ ਰੇਖ ਕਰਨ ਨੂੰ ਮਜਬੂਰ ਹੋਣਾ ਪੈਂਦਾ ਹੈ ਤੇ ਅਸੀਂ ਇਹਦਾ ਪੂਰਾ ਪਹਿਰਾ ਕਰਕੇ ਕਰਾਂਗੇ। ਐਤਕੀ 100ਵੀਂ ਵਰ੍ਹੇਗੰਢ ਅਕਾਲੀ ਦਲ ਦੀ ਵੀ ਮਨਾਵਾਂਗੇ ਤਾਂ ਕਿ ਅਕਾਲੀ ਦਲ ਉਹੀ ਲੀਹ ਤੇ ਚੱਲੇ ਜਿਸ ਤੇ ਇਹ ਸਥਾਪਿਤ ਕੀਤਾ ਗਿਆ ਸੀ। ਮਾਨ ਸਾਹਿਬ, ਲਾਸਟ ਦੇ ਵਿੱਚ ਪੁੱਛਣਾ ਚਾਹੂੰਗਾ, ਭਾਈ ਦਿਲਾਵਰ ਸਿੰਘ ਦੇ ਬਰਸੀ ਸਮਾਗਮ ਤੇ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਪਾਰਟੀ ਤੌਰ ਤੇ, ਇਹਦੇ ਬਾਰੇ ਕੀ ਕਹਿਣਾ? ਭਾਈ ਦਿਲਾਵਰ ਸਿੰਘ ਨੇ ਜੋ ਭਾਰਤ ਦੇ ਕਾਨੂੰਨ ਦੇ ਬਰਖਲਾਫ ਪੁਲਿਸ ਦੀ ਸੈਨਾ ਨੇ ਇਲੀਗਲ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕਰਾਈਆਂ ਸੀ, ਜਿਹਦੇ ਵਿੱਚ ਬੇਅੰਤ ਸਿੰਘ ਨੇ KPS ਗਿੱਲ, ਸੁਮੇਧ ਸੈਣੀ, ਅਜ਼ਹਰ ਆਲਮ, ਅਜੀਤ ਸਿੰਘ ਸੰਧੂ ਆਦਿ ਵਰਗੇ ਪਾਲੇ ਸੀ, ਜਿਨ੍ਹਾਂ ਨੇ ਸੰਵਿਧਾਨ ਤੋਂ ਬਾਹਰ ਜਾ ਕੇ ਸਿੱਖਾਂ ਨੂੰ ਘਰਾਂ ਚੋਂ ਕੱਢ ਕੇ ਬੇਕਸੂਰਾਂ ਵਿਦਆਊਟ ਡਿਊ ਪ੍ਰੋਸੈਸ ਉਹਨਾਂ ਨੂੰ ਟੌਰਚਰ ਕਰਕੇ ਮਾਰਿਆ ਸੀਗਾ। ਉਸ ਨੂੰ ਇੱਕ ਨਿਆਂ ਜੋ ਅਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੀਰੀ ਪੀਰੀ ਦਾ ਤੋਰਿਆ ਸੀ, ਜਿੱਥੇ ਪੰਚਮ ਪਿਤਾ ਦੀ ਸ਼ਹਾਦਤ ਤੇ ਉਹਨਾਂ ਨੇ ਆਪਣਾ ਹਥਿਆਰ ਚੱਕੇ, ਘੋੜੇ ਮੰਗਾਏ ਔਰ ਫੌਜਾਂ ਖੜੀਆਂ ਕੀਤੀਆਂ ਤਾਂ ਕਿ ਜਿੱਥੇ ਜ਼ੁਲਮ ਹੈ ਉੱਥੇ ਸਿੱਖ ਖੜਾ ਹੋਏ, ਉਹਦੀ ਮਰਿਆਦਾ ਪੂਰੀ ਕੀਤੀ ਹੈ। ਇਹ ਸਾਡੇ ਕੌਮੀ ਸਤਿਕਾਰਯੋਗ ਸ਼ਹੀਦ ਹਨ ਤੇ ਇਹਨਾਂ ਦੀ ਯਾਦ ਰਹਿਣੀ ਚਾਹੀਦੀ ਹੈ ਤੇ ਅਸੀਂ ਉਸ ਯਾਦ ਨੂੰ ਪੂਰਾ ਕਰਨ ਆਏ ਸੀ। ਇੱਕ ਗੱਲ ਇਹ ਹੈ ਕਿ ਸਿੱਖ ਕੌਮ ਦੀ ਮਾਤਾ ਜਿਹੜਾ ਸੁਖਦੇਵ ਸਿੰਘ ਸੁੱਖਾ ਦੀ ਮਾਤਾ ਉਹ ਕਾਲ ਚਲਾਣਾ ਕਰ ਗਏ ਨੇ। ਭਾਈ ਹਰਜਿੰਦਰ ਸਿੰਘ ਜਿੰਦਾ ਜਿਨ੍ਹਾਂ ਨੇ ਜਰਨਲ ਵੈਦਿਆ ਨੂੰ ਸਬਕ ਸਿਖਾ ਕੇ ਪੰਥ ਦੀ ਰੱਖੀ, ਕਿਉਂਕਿ ਜਦੋਂ ਅਕਾਲ ਤਖਤ ਤੇ ਹਮਲਾ ਹੋਇਆ ਅਸੀਂ ਰੋਈ ਜਾਂਦੇ ਸੀ, ਕਰਲਾਈ ਜਾਂਦਾ, ਸਿਰ ਨੀਵਾਂ ਸੀ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ DIG ਦਾ ਅਹੁਦਾ ਛੱਡ ਕੇ ਕੌਮ ਦੇ ਵਿੱਚ ਰੂਹ ਭੁੱਖੀ। ਫਿਰ ਹਰਜਿੰਦਰ ਸਿੰਘ ਜਿੰਦਾ ਨੇ ਹਿੱਕ ਚੌੜੀ ਕਰਤੀ, ਉਦੋਂ ਹਿੱਕ ਚੌੜੀ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ ਕਰਤੀ। ਕਹਿਣ ਤੋਂ ਭਾਵ ਉਸ ਯੋਧੇ ਨੇ ਉਦੋਂ ਬਾਅਦ ਬੇਅੰਤ ਸਿੰਘ ਬੁੱਚੜ ਚੀਫ ਮਿਨਿਸਟਰ ਜਿਹਨੇ ਜਥੇਦਾਰ ਕੌਂਕੇ ਨੂੰ ਮੇਰੇ ਸਾਹਮਣੇ ਸ਼ਹੀਦ ਕੀਤਾ ਤੇ ਫਿਰ ਉਹਨੂੰ ਸਬਕ ਸਿਖਾ ਕੇ ਦਿੱਤਾ ਤੇ ਉਹ ਜੇ ਯੋਧੇ ਦੀ ਸੀ। ਪਰ ਉਸ ਯੋਧੇ ਸੁਖਦੇਵ ਸਿੰਘ ਸੁੱਖਾ ਦੀ ਮਾਤਾ ਦੀ ਬਰਸੀ, ਕਿਉਂ ਤਾਂ ਕੌਮ ਦੀ ਮਾਤਾ ਹੈ, ਉਹਨਾਂ ਨੇ ਕੌਮੀ ਕੰਮ ਕੀਤਾ। ਉਹਦੀ ਗੁਰਦੁਆਰਾ ਬੁੰਗਾ ਸਾਹਿਬ ਵਿਖੇ ਝੰਡਾ ਬੁੰਗਾ ਗੁਰਦੁਆਰਾ ਸਾਹਿਬ 7 ਤਰੀਕ ਨੂੰ ਉਹਦੀ ਅਰਦਾਸ ਹੈ। ਸਾਰੇ ਪੰਥ ਨੂੰ ਉੱਥੇ ਪਹੁੰਚਣਾ ਚਾਹੀਦਾ ਕਿਉਂਕਿ ਉਹਨਾਂ ਨੇ ਜਿਹੜੀ ਸ਼ਹਾਦਤ ਦਿੱਤੀ ਸੀ ਆਜ਼ਾਦੀ ਤੇ ਖਾਲਿਸਤਾਨ ਲਈ ਦਿੱਤੀ ਸੀ। 7 ਤਰੀਕ ਨੂੰ ਆਰੰਭ ਹੈ ਤੇ 9 ਤਰੀਕ ਨੂੰ ਭੋਗ ਪੈਣੇ ਹੈ ਤੇ ਜਿਹੜੇ ਆਰੰਭ ਤੇ ਆ ਸਕਦੇ ਉਹ ਆਰੰਭ ਤੇ ਆਉਣ, ਨਹੀਂ ਤਾਂ ਭੋਗ ਤੇ ਸਾਰੇ ਪੰਥ ਨੂੰ ਆਉਣਾ ਚਾਹੀਦਾ। ਉਹਨਾਂ ਨੇ ਲੜਾਈ ਕਿਹਦੀ ਲਈ ਸੀ? ਆਜ਼ਾਦੀ ਦੀ। ਸੁਮੇਧ ਸੈਣੀ ਦੀ ਗ੍ਰਿਫਤਾਰੀ ਵਾਸਤੇ ਥਾਂ ਛਾਪੇ ਵੱਜ ਰਹੇ ਆ, ਉਹਦੇ ਬਾਰੇ ਕੀ ਸੋਚਦੇ ਆਪਾਂ ਕਿ ਬਹੁਤ ਘਾਣ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ, ਉਹਦੇ ਵਿੱਚ ਸੁਮੇਧ ਸੈਣੀ ਨੂੰ ਇਸ ਟਾਈਮ ਨਾਮਜ਼ਦ ਕਰ ਲਿਆ ਗਿਆ। ਇਹ ਕੰਮ ਤਾਂ ਹੋਣਾ ਨਹੀਂ ਚਾਹੀਦਾ ਸੀ। ਜੇ ਭਾਰਤ ਦੇਸ਼ ਵਾਕਈ ਸਿੱਖਾਂ ਦੇ ਪੱਖ 'ਚ ਸੀ ਤਾਂ ਇਹੋ ਜਿਹੇ ਪੁਲਿਸ ਅਫਸਰ ਉਹਨਾਂ ਨੇ ਸਾਡੇ ਉੱਤੇ ਛੱਡੇ ਕਿਉਂ? ਅੱਜ ਦੇ ਦਿਨ 'ਚ ਭਾਈ ਮੁਲਤਾਨੀ ਦੇ ਪਰਿਵਾਰ ਨੇ ਜੋ ਕੰਮ ਚੱਕਿਆ ਉਹ ਬਹੁਤ ਸ਼ਲਾਘਾਯੋਗ ਹੈ ਤੇ ਅਸੀਂ ਸਮਝਦੇ ਹਾਂ ਕਿ ਇਹ ਸਿਰੇ ਜੇ ਲੱਗ ਜੇ ਤਾਂ ਇਹ ਉਹਨਾਂ ਦੀ ਪ੍ਰਾਪਤ ਹੈ। ਭਾਰਤ ਨੇ ਸਾਡੇ ਲਈ ਕੁਝ ਨਹੀਂ ਕੀਤਾ, ਇਹ ਉਹਨਾਂ ਦੀ ਤਾਕਤ ਨੇ, ਉਹਨਾਂ ਦੀ ਦ੍ਰਿੜਤਾ ਨੇ ਸਾਨੂੰ ਇਸ ਦਰਵਾਜ਼ੇ ਪਹੁੰਚਾਇਆ ਹੈਗਾ। ਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਇਹਦਾ ਖਾਸ ਅਜੀਤ ਸਿੰਘ ਸੰਧੂ ਸੀ ਜੋ ਕਿ ਇਸੇ ਦਰਵਾਜ਼ੇ ਤੇ ਪਹੁੰਚ ਗਿਆ ਸੀ ਕਿ ਉਹਦੀ ਸਜ਼ਾ ਹੋਣੀ ਸੀ, ਉਹਦੀ ਬਨਾਵਟ ਹੀ ਉਹਨੇ ਆਪਣੀ ਸੁਸਾਈਡ ਦਿਖਾਈ ਹੈ। ਕੋਈ ਲਾਸ਼ ਉੱਥੇ ਸੁੱਟ ਕੇ ਆਪ ਉਹ ਅਮਰੀਕਾ 'ਚ ਰਹਿੰਦਾ ਤੇ ਪੂਰੇ ਸਿੱਖ ਜਗਤ ਨੂੰ ਜਿਵੇਂ ਯਹੂਦੀਆਂ ਨੇ ਨਾਜ਼ੀਆਂ ਨੂੰ ਫੜ ਕੇ ਉਹਨਾਂ ਨੇ ਮੁੜ ਕੇ ਸਜ਼ਾ ਦਿਵਾਈ ਸੀ, ਉਹ ਅਜੀਤ ਸਿੰਘ ਸੰਧੂ ਨੂੰ ਵੀ ਅਮਰੀਕਾ ਦੇ ਵਿੱਚ ਲੱਭ ਕੇ ਉਹਨੂੰ ਉੱਥੇ ਦੇ ਕਾਨੂੰਨ ਅਧੀਨ ਉੱਥੇ ਜਿਹੜੀ ਇਹਨੇ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਕੀਤੀਆਂ ਉੱਥੇ ਉਹਨਾਂ ਦੇ ਜਿਹੜੇ ਲਾਅ ਇਨਫੋਰਸਮੈਂਟ ਹੈ ਉਹਦੇ ਸਾਹਮਣੇ ਪੇਸ਼ ਕਰਕੇ ਉਹਨੂੰ ਵੀ ਇਦਾਂ ਹੀ ਕੀਤਾ ਜਾਏ। ਧੰਨਵਾਦ ਜੀ।
ਇਹ ਸਨ ਸਰਦਾਰ ਇਮਾਨ ਸਿੰਘ ਮਾਨ, ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਤੇ ਅਕਾਲੀ ਦਲ ਅੰਮ੍ਰਿਤਸਰ ਤੋਂ ਸਮੂਹਕ ਨੁਮਾਇੰਦੇ, ਜਿਨ੍ਹਾਂ ਇੱਕ ਵੱਡਾ ਸਵਾਲ ਖੜਾ ਕੀਤਾ ਵਾ ਐਸਜੀਪੀਸੀ ਤੇ ਕਿ 267 ਸਰੂਪਾਂ ਤੋਂ ਗਿਣਤੀ ਤੇ 328 ਹੋ ਚੁੱਕੀ ਆ, ਪਰ ਉਹ ਸਰੂਪ ਕਿੱਥੇ ਗਏ ਆ। ਮੁਲਤਾਨੀ ਦੇ ਪਰਿਵਾਰ ਦਾ ਧੰਨਵਾਦ ਕੀਤਾ ਕਿ ਜਿੱਥੇ ਕੁਝ ਕੌਮ ਨਹੀਂ ਸੀ ਕਰ ਸਕੀ, ਇੱਕ ਮੁਲਤਾਨੀ ਦੇ ਪਰਿਵਾਰ ਨੇ ਵੱਡੀ ਜੰਗ ਲੜੀ ਹੈਗੀ ਆ, ਜਿਹੜੀ ਕਿ ਜਿੱਤ ਵਾਲੇ ਪਾਸੇ ਵੀ ਜਾ ਰਹੀ ਆ। ਤੇ ਜਿਹਦੇ ਵਿੱਚ ਇੱਕ ਵੱਡਾ ਹੋਰ ਵੀ ਕੁਐਸਚਨ ਮਾਰਕ ਕੀਤਾ ਕਿ ਅਜੀਤ ਸਿੰਘ ਸੰਧੂ, ਜਿਹੜਾ ਕਿ ਪਹਿਲਾਂ ਤਾਂ ਸੁਸਾਈਡ ਕਰ ਚੁੱਕਾ, ਉਹ ਸੁਸਾਈਡ ਅਜੀਤ ਸਿੰਘ ਸੰਧੂ ਨੇ ਨਹੀਂ ਕੀਤਾ, ਉਹ ਕਿਸੇ ਦੀ ਹੋਰ ਲਾਸ਼ ਬਾਰੇ ਕਿਹਾ ਵਾ ਇਮਾਨ ਸਿੰਘ ਮਾਨ ਨੇ। ਤੇ ਅਜੀਤ ਸਿੰਘ ਸੰਧੂ ਜਿਹੜਾ ਕਿ ਇਸ ਟਾਈਮ ਅਮਰੀਕਾ ਦੇ ਵਿੱਚ ਦੱਸਿਆ ਜਾ ਰਿਹਾ ਵਾ, ਉਹਨਾਂ ਨੂੰ ਵੀ ਇਹੋ ਜਿਹੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ, ਕਿਉਂਕਿ ਵਰਦੀ ਦੀ ਆੜ ਦੇ ਵਿੱਚ ਉਸ ਟਾਈਮ ਦੇ ਉੱਤੇ ਪ੍ਰਸ਼ਾਸਨ ਦੇ ਵਿੱਚ ਰਹਿੰਦੇ ਹੋਏ ਜੋ ਘਾਣ ਹੋਇਆ, ਉਹ ਸੁਮੇਧ ਸੈਣੀ ਦੀ ਗ੍ਰਿਫਤਾਰੀ ਤੋਂ ਬਾਅਦ ਪਤਾ ਚੱਲੂਗਾ। ਤੇ ਪਿੰਕੀ ਕੈਟ ਜਿਹੜਾ ਕਿ ਹਮੇਸ਼ਾ ਹੀ ਵੱਡੇ ਜਿਹਨੇ ਖੁਲਾਸੇ ਕੀਤੇ ਆ ਕਿ ਕਿਵੇਂ ਉਸ ਟਾਈਮ ਦੇ ਉੱਤੇ ਨਜਾਇਜ਼ ਹੋਈ ਸੀ, ਇਹ ਸਾਰਾ ਕੁਝ ਇਮਾਨ ਸਿੰਘ ਮਾਨ ਜੀ ਨੇ ਸਪਸ਼ਟ ਕੀਤਾ ਹੈਗਾ ਵਾ। ਤੇ ਅੱਜ ਉਹ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਸੀ ਅਕਾਲ ਤਖਤ ਸਾਹਿਬ ਤੇ ਭਾਈ ਦਿਲਾਵਰ ਸਿੰਘ ਨੂੰ, ਤੇ ਨਾਲ ਹੀ ਉਹਨਾਂ ਐਸਜੀਪੀਸੀ ਨੂੰ ਮਿਲ ਕੇ ਇੱਕ ਮੰਗ ਚੁੱਕੀ ਹੈ ਕਿ 328 ਸਰੂਪ ਕਿੱਥੇ ਗਏ ਆ, ਜ਼ਰੂਰ ਦੱਸੋ। ਦੇਖਦੇ ਆ ਐਸਜੀਪੀਸੀ ਕੀ ਦੱਸਦੀ ਆ। ਕਹਿੰਦੇ ਕਿ ਅਪਡੇਟ ਤਾਂ ਰੋਜ਼ਾਨਾ ਦੇਵਾਂਗੇ, ਪਰ ਅਪਡੇਟ ਰੋਜ਼ਾਨਾ ਆਉਂਦੀ ਆ ਜਾਂ ਨਹੀਂ, ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।